Hello everyone, Jatinder here. Subject is DBMS. Today we are cover topic data independence. ਅੱਜ ਅਸੀਂ ਗੱਲ ਕਰ ਰਹੇ ਹਾਂ ਡਾਟਾ ਇੰਡੀਪੈਂਡੈਂਸ ਦੀ। ਕਹਿੰਦੇ ਦਾ ਐਬਿਲਿਟੀ ਟੂ ਯੂਜ਼ ਦਾ ਐਂਟਾਇਰ ਡਾਟਾਬੇਸ, ਕਹਿੰਦੇ ਯੋਗਤਾ ਸਾਰੇ ਡਾਟਾਬੇਸ ਨੂੰ ਯੂਜ਼ ਕਰਨ ਦੀ ਵਿਦਾਊਟ ਨੋਇੰਗ ਦਾ ਰੀਪ੍ਰਜੈਂਟੇਸ਼ਨ ਡਿਟੇਲ, ਬਟ ਸਾਨੂੰ ਉਹਦੀ ਰੀਪ੍ਰਜੈਂਟੇਸ਼ਨ ਡਿਟੇਲ ਦਾ ਨਾ ਪਤਾ ਹੋਵੇ, ਉਸ ਨੂੰ ਅਸੀਂ ਕੀ ਬੋਲਦੇ ਹਾਂ ਡਾਟਾ ਇੰਡੀਪੈਂਡੈਂਸ। ਕਿ ਯੋਗਤਾ ਹੋਵੇ ਕਿ ਅਸੀਂ ਸਾਰੇ ਡਾਟਾਬੇਸ ਨੂੰ ਯੂਜ਼ ਕਰ ਸਕੀਏ ਵਿਦਾਊਟ ਇੰਕਲੂਡਿੰਗ ਦਾ ਨੋਇੰਗ ਦਾ ਰੀਪ੍ਰਜੈਂਟੇਸ਼ਨ ਡਿਟੇਲ, ਕਿ ਉਹ ਕਿਸ ਤਰ੍ਹਾਂ ਰੀਪ੍ਰਜੈਂਟ ਕਰਨਾ ਉਹਦੀ ਡਿਟੇਲ ਨਹੀਂ ਸਾਨੂੰ ਪਤਾ। ਕਹਿੰਦੇ ਮੇਨ ਇਹਦਾ ਓਬਜੈਕਟਿਵ ਕੀ ਹੈ ਕਿ 3 ਲੈਵਲ ਜਿਹੜਾ ਆਰਕੀਟੈਕਚਰ ਹੈ ਉਹ ਸਾਨੂੰ ਪ੍ਰੋਵਾਈਡ ਕਰਦਾ ਡਾਟਾ ਇੰਡੀਪੈਂਡੈਂਸ, ਜਿਹਦਾ ਮਤਲਬ ਕੀ ਹੈ ਕਿ ਅਪਰ ਲੈਵਲ ਆਰ ਅਨਅਫੈਕਟਡ ਬਾਈ ਚੇਂਜਿਸ ਇਨ ਲੋਅਰ ਲੈਵਲ। ਇਹਦਾ ਮਤਲਬ ਇਹ ਹੈ ਕਿ ਜੇ ਅਸੀਂ ਕਿਸੇ ਵੀ ਲੈਵਲ ਦੇ ਵਿੱਚ ਮਤਲਬ ਕਿ ਇਹਦਾ ਮਤਲਬ ਇਹ ਹੈ ਕਹਿੰਦੇ ਜਦੋਂ ਅਸੀਂ ਕਿਸੇ ਵੀ ਅਪਰ ਲੈਵਲ ਆਰ ਅਨਅਫੈਕਟਡ ਬਾਈ ਚੇਂਜਿਸ ਇਨ ਲੋ ਲੈਵਲ, ਜਦੋਂ ਕਹਿੰਦੇ ਅਸੀਂ ਲੋ ਲੈਵਲ ਦੇ ਵਿੱਚ ਕੁਝ ਚੇਂਜ ਕਰਦੇ ਹਾਂ ਤਾਂ ਉਹਦਾ ਇਫੈਕਟ ਅਪਰ ਲੈਵਲ ਦੇ ਉੱਤੇ ਨਹੀਂ ਪੈਂਦਾ। ਉਸ ਨੂੰ ਅਸੀਂ ਕੀ ਬੋਲਦੇ ਹਾਂ ਡਾਟਾ ਇੰਡੀਪੈਂਡੈਂਸ, ਕਿ ਡਾਟਾ ਉਹਦੇ ਉੱਤੇ ਡਿਪੈਂਡ ਨਹੀਂ ਹੈਗਾ, ਡਾਟਾ ਇੰਡੀਪੈਂਡੈਂਟ ਹੈ। ਨੈਕਸਟ ਹੈਗਾ ਜੀ ਸਾਡਾ ਇੰਡੀਪੈਂਡੈਂਸ ਦੀਆਂ ਟਾਈਪ। 2 ਤਰ੍ਹਾਂ ਦਾ ਇੰਡੀਪੈਂਡੈਂਸ ਹੁੰਦਾ ਹੈ, ਲੋਜੀਕਲ ਡਾਟਾ ਇੰਡੀਪੈਂਡੈਂਸ ਐਂਡ ਫਿਜ਼ੀਕਲ ਡਾਟਾ ਇੰਡੀਪੈਂਡੈਂਸ। ਹੁਣ ਡਾਇਗਰਾਮ ਦੇ ਵਿੱਚ ਦੇਖੋ, ਐਕਸਟਰਨਲ ਵਿਊ ਅਸੀਂ 3 ਲੈਵਲ ਆਰਕੀਟੈਕਚਰ 'ਚ ਪੜ੍ਹਿਆ, ਕੰਸੈਪਚੁਅਲ ਵਿਊ ਪੜ੍ਹਿਆ, ਇੰਟਰਨਲ ਵਿਊ ਪੜ੍ਹਿਆ। ਜਿਹੜੀ ਐਕਸਟਰਨਲ ਅਤੇ ਕੰਸੈਪਚੁਅਲ ਦੇ ਵਿਚਾਲੇ ਕਮਿਊਨੀਕੇਸ਼ਨ ਹੋ ਰਹੀ ਹੈ ਉਸ ਨੂੰ ਕੀ ਬੋਲ ਰਹੇ ਹਾਂ ਲੋਜੀਕਲ ਇੰਡੀਪੈਂਡੈਂਸ। ਦੋਨਾਂ ਦੀ ਗੱਲ ਕਰਾਂਗੇ। ਜਦੋਂ ਅਸੀਂ ਕੰਸੈਪਚੁਅਲ ਅਤੇ ਇੰਟਰਨਲ ਦੀ ਗੱਲ ਕਰਾਂਗੇ ਉਹਨਾਂ ਦੇ ਵਿੱਚ ਜਿਹੜਾ ਇੰਡੀਪੈਂਡੈਂਸ ਉਹ ਕਿਹੜਾ ਹੈਗਾ ਫਿਜ਼ੀਕਲ ਇੰਡੀਪੈਂਡੈਂਸ। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਜੇ ਅਸੀਂ ਲੋ ਲੈਵਲ ਦੇ ਵਿੱਚ ਕੋਈ ਚੇਂਜਿਸ ਕਰਦੇ ਹਾਂ ਤਾਂ ਅਪਰ ਲੈਵਲ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਪਏਗਾ। ਕਿਉਂ? ਕਿਉਂਕਿ ਇਹਦਾ ਡਾਟਾ ਅਲੱਗ ਹੈ, ਇਹਦਾ ਡਾਟਾ ਅਲੱਗ ਹੈ। ਇਹ ਡਾਟਾ ਕੀ ਹੈ ਇੱਥੇ ਇੰਡੀਪੈਂਡੈਂਸ ਹੈ। ਹੁਣ ਨਾਮ ਤੋਂ ਕਲੀਅਰ ਹੁੰਦਾ ਹੈ, ਸਭ ਤੋਂ ਪਹਿਲਾਂ ਲੋਜੀਕਲ ਦੀ ਗੱਲ ਕਰ ਰਹੇ ਹਾਂ। ਲੋਜੀਕਲ ਡਾਟਾ ਇੰਡੀਪੈਂਡੈਂਸ, ਇਹ ਡਾਟਾ ਇਸ ਦੇ ਨਾਲ ਕਨੈਕਟਡ ਹੈ। ਇਹਨਾਂ ਦੋਨਾਂ ਦੀ ਗੱਲ ਕਰ ਰਹੇ ਹਾਂ। ਜੇ ਅਸੀਂ ਕਹਿੰਦੇ ਲੋਜੀਕਲ ਦੇ ਵਿੱਚ ਕੁਛ ਚੇਂਜ ਕਰਦੇ ਆਂਗੇ ਤਾਂ ਐਕਸਟਰਨਲ ਲੈਵਲ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਪਊਗਾ, ਤਾਂ ਉਹਨੂੰ ਕਿਹੜਾ ਇੰਡੀਪੈਂਡੈਂਸ ਕਿਹਾ ਜਾਂਦਾ ਹੈ ਲੋਜੀਕਲ ਡਾਟਾ ਇੰਡੀਪੈਂਡੈਂਸ। ਕਹਿੰਦੇ ਲੋਜੀਕਲ ਡਾਟਾ ਇੰਡੀਪੈਂਡੈਂਸ ਮੀਨਸ ਦੈਟ ਦਾ ਓਵਰਆਲ ਲੋਜੀਕਲ ਸਟਰਕਚਰ ਆਫ ਡਾਟਾ ਮੇ ਬੀ ਚੇਂਜਡ। ਅਸੀਂ ਲੋਜੀਕਲ ਨੂੰ ਸਾਰੇ ਨੂੰ ਚੇਂਜ ਕਰ ਲਿਆ, ਕੰਸੈਪਚੁਅਲ ਵੀ ਕਹਿ ਦਿੰਦੇ ਹਾਂ, ਲੋਜੀਕਲ ਵੀ ਕਹਿ ਦਿੰਦੇ ਹਾਂ, ਇਹਨੂੰ ਅਸੀਂ ਸਾਰੇ ਨੂੰ ਚੇਂਜ ਕਰਤਾ, ਬਟ ਕਹਿੰਦੇ ਵਿਦਾਊਟ ਚੇਂਜਿੰਗ ਦਾ ਐਪਲੀਕੇਸ਼ਨ ਪ੍ਰੋਗਰਾਮ, ਐਕਸਟਰਨਲ ਦੇ ਉੱਤੇ ਇਹਦਾ ਕੋਈ ਵੀ ਇਫੈਕਟ ਨਹੀਂ ਪਊਗਾ। ਤਾਂ ਇਹ ਕਿਹੜਾ ਇੰਡੀਪੈਂਡੈਂਸ ਹੈ ਲੋਜੀਕਲ ਡਾਟਾ ਇੰਡੀਪੈਂਡੈਂਸ, ਜੋ ਇਹਨਾਂ ਦੋਨਾਂ ਦੇ ਵਿੱਚ ਹੋ ਰਿਹਾ। ਹੁਣ ਅਸੀਂ ਗੱਲ ਕਰ ਰਹੇ ਹਾਂ ਫਿਜ਼ੀਕਲ ਡਾਟਾ ਇੰਡੀਪੈਂਡੈਂਸ। ਇਟ ਮੀਨਸ ਇੰਟਰਨਲ ਡਾਟਾ ਇੰਟਰਨਲ ਵਿਊ। ਇਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਫਿਜ਼ੀਕਲ ਵੀ ਬੋਲ ਦਿੰਦੇ ਹਾਂ, ਇਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਲੋਜੀਕਲ ਵੀ ਬੋਲ ਦਿੰਦੇ ਹਾਂ। ਠੀਕ ਹੈ ਜੀ। ਅਤੇ ਹੁਣ ਫਿਜ਼ੀਕਲ ਡਾਟਾ ਇੰਡੀਪੈਂਡੈਂਸ ਕੀ ਹੈ? ਕਹਿੰਦੇ ਫਿਜ਼ੀਕਲ ਡਾਟਾ ਇੰਡੀਪੈਂਡੈਂਸ ਮੀਨਸ ਦੈਟ ਦਾ ਫਿਜ਼ੀਕਲ ਲੇਆਊਟ ਐਂਡ ਔਰਗੇਨਾਈਜੇਸ਼ਨ ਆਫ ਡਾਟਾ ਮੇ ਬੀ ਚੇਂਜ। ਕਿ ਅਸੀਂ ਫਿਜ਼ੀਕਲ ਨੂੰ ਸਾਰੇ ਨੂੰ ਅਸੀਂ ਚੇਂਜ ਕਰ ਰਹੇ ਹਾਂਗੇ, ਇਸ ਡਾਟੇ ਨੂੰ ਅਸੀਂ ਚੇਂਜ ਕਰ ਰਹੇ ਹਾਂਗੇ। ਠੀਕ ਹੈ ਜੀ, ਵਿਦਾਊਟ ਚੇਂਜਿੰਗ ਆਈਦਰ ਦਾ ਓਵਰਆਲ ਲੋਜੀਕਲ ਸਟਰਕਚਰ ਆਫ ਦਾ ਡਾਟਾ ਔਰ ਦਾ ਐਪਲੀਕੇਸ਼ਨ ਪ੍ਰੋਗਰਾਮ। ਤਾਂ ਇਹਨਾਂ ਦੋਨਾਂ ਦੇ ਉੱਤੇ ਇਸ ਦਾ ਕੋਈ ਵੀ ਇਫੈਕਟ ਨਹੀਂ ਪਏਗਾ, ਤਾਂ ਇਸ ਨੂੰ ਅਸੀਂ ਕੀ ਬੋਲਦੇ ਹਾਂ ਫਿਜ਼ੀਕਲ ਡਾਟਾ ਇੰਡੀਪੈਂਡੈਂਸ। ਕਹਿੰਦੇ ਫਿਜ਼ੀਕਲ ਡਾਟਾ ਇੰਡੀਪੈਂਡੈਂਸ ਦਾ ਮਤਲਬ ਕੀ ਹੈ ਕਿ ਫਿਜ਼ੀਕਲ ਲੇਆਊਟ ਅਤੇ ਔਰਗੇਨਾਈਜੇਸ਼ਨ ਆਫ ਡਾਟਾ ਮੇ ਬੀ ਚੇਂਜਡ। ਫਿਜ਼ੀਕਲ ਡਾਟਾ ਨੂੰ ਅਸੀਂ ਚੇਂਜ ਕਰਤਾ, ਬਟ ਲੋਜੀਕਲ ਸਟਰਕਚਰ ਆਫ ਦਾ ਡਾਟਾ ਔਰ ਦਾ ਐਪਲੀਕੇਸ਼ਨ ਪ੍ਰੋਗਰਾਮ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਪਏਗਾ। ਉਸ ਨੂੰ ਅਸੀਂ ਕੀ ਬੋਲਦੇ ਹਾਂ ਫਿਜ਼ੀਕਲ ਡਾਟਾ ਇੰਡੀਪੈਂਡੈਂਸ।